ਹੈਲੋ ਸਟੂਡੈਂਟਸ, ਵੈਲਕਮ ਟੂ ਨਵਨੀ ਟਿਊਟੋਰੀਅਲ। ਅੱਜ ਆਪਾਂ ਗੱਲ ਕਰਾਂਗੇ ਐਸਐਸਟੀ ਦੇ ਪ੍ਰੀਵੀਅਸ ਈਅਰ ਦੇ ਪੇਪਰਾਂ ਦੇ ਸੋਲੂਸ਼ਨਸ ਬਾਰੇ ਐਨਟੀਐਸਸੀ ਦੇ ਪ੍ਰੋਸਪੈਕਟਿਵਲੀ। ਆਓ ਦੇਖਦੇ ਹਾਂ। ਪਹਿਲਾ ਕੁਐਸਚਨ ਹੈ, ਓਸ, ਅਮਨ ਐਂਡ ਬੋਰੋ grown thrice in a year are the type of crops। ਓਸ, ਅਮਨ ਅਤੇ ਬੋਰੋ ਹੇਠ ਲਿਖਿਆਂ ਵਿੱਚੋਂ ਕਿਸ ਫਸਲ ਦੀਆਂ ਕਿਸਮਾਂ ਹਨ ਜੋ ਕਿ ਸਾਲ ਵਿੱਚ 3 ਵਾਰੀ ਬੀਜੀਆਂ ਜਾਂਦੀਆਂ ਹਨ। ਸਾਲ ਵਿੱਚ 3 ਵਾਰੀ ਬੀਜੀਆਂ ਜਾਂਦੀਆਂ ਹਨ। और इहदा राइट आंसर है झोना, राइस। ओसमन एंड बोरो आर वैरायटी ऑफ राइस क्रॉप। दीज क्रॉप्स आर ग्रोन इन बांग्लादेश एवरी ईयर। बांग्लादेश ਅਤੇ ਆਪਣੇ ਦੇਸ਼ ਦੇ ਵਿੱਚ ਵੈਸਟ ਬੰਗਾਲ ਦੇ ਕੁਝ ਇਲਾਕਿਆਂ ਵਿੱਚ ਵੀ ਇਹ ਬੀਜੀਆਂ ਜਾਂਦੀਆਂ ਹਨ। ਜਿਹੜੀ ਕਿ ਅਮਨ ਹੈ ਉਹ ਦਸੰਬਰ ਜਨਵਰੀ ਦੇ ਵਿੱਚ, ਬੋਰੋ ਮਾਰਚ ਮਈ ਦੇ ਵਿੱਚ ਅਤੇ ਜਿਹੜੀ ਓਸ ਹੈ ਉਹ ਜੁਲਾਈ ਅਗਸਤ ਦੇ ਸੀਜ਼ਨ ਵਿੱਚ ਬੀਜੀ ਜਾਂਦੀ ਹੈ। ਵੈਸੇ ਤਾਂ ਆਪਣੇ ਇੰਡੀਆ ਵਿੱਚ ਜਿਹੜੇ ਕਿ ਕ੍ਰੌਪਸ ਦੇ ਸੀਜ਼ਨ ਨੇ ਉਹ ਦੋ ਨੇ ਮੇਨਲੀ। ਇੱਕ ਨੂੰ ਆਪਾਂ ਰਾਬੀ ਸੀਜ਼ਨ ਕਹਿੰਦੇ ਹਾਂ। ਕੁਐਸਚਨ ਕਈ ਵਾਰੀ ਆ ਜਾਂਦਾ ਵੀ ਰਾਬੀ ਸੀਜ਼ਨ ਦੀਆਂ ਫਸਲਾਂ ਕਿਹੜੀਆਂ ਹੁੰਦੀਆਂ ਨੇ। ਕਦੀ ਕਦੀ ਕੁਐਸਚਨ ਆ ਜਾਂਦਾ ਵੀ ਖਰੀਫ ਕ੍ਰੌਪਸ ਜਿਹੜੀਆਂ ਨੇ ਉਹ ਕਦੋਂ ਉਗਾਈਆਂ ਜਾਂਦੀਆਂ ਨੇ। ਸੋ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਸਾਡੇ ਮੇਨਲੀ ਦੋ ਜਿਹੜੇ ਨੇ ਕ੍ਰੌਪਸ ਦੇ ਸੀਜ਼ਨ ਨੇ, ਇੱਕ ਹੈਗਾ ਹੈ ਰਾਬੀ ਕ੍ਰੌਪਸ, ਇੱਕ ਹੈਗਾ ਹੈ ਖਰੀਫ ਕ੍ਰੌਪਸ। ਰਾਬੀ ਉਹ ਵਾਲੀਆਂ ਹੁੰਦੀਆਂ ਨੇ ਜਿਹੜੀਆਂ ਸਰਦੀਆਂ 'ਚ ਬੀਜੀਆਂ ਜਾਂਦੀਆਂ ਨੇ ਫਸਲਾਂ। ਇਹ ਮੋਸਟਲੀ ਆਪਾਂ ਜਿਹੜੀਆਂ ਨੇ ਜਦੋਂ ਮੌਨਸੂਨ ਖਤਮ ਹੋ ਜਾਂਦਾ ਉਸ ਤੋਂ ਬਾਅਦ ਬੀਜਦੇ ਹਾਂ ਅਤੇ ਜਾ ਕੇ ਅਪ੍ਰੈਲ ਮਈ ਦੇ ਵਿੱਚ ਇਹਨਾਂ ਨੂੰ ਕੱਟ ਲਿਆ ਜਾਂਦਾ, ਜਿਵੇਂ ਕਿ ਕਣਕ ਵਗੈਰਾ, ਮੇਜ਼, ਪੀਜ਼, ਬੀਨ, ਇੱਦਾਂ ਦੀਆਂ ਕੁਛ ਫਸਲਾਂ ਨੇ। ਔਰ ਜਿਹੜੀਆਂ ਦੂਸਰੀਆਂ ਨੇ ਖਰੀਫ ਕ੍ਰੌਪਸ, ਇਹ ਜਿਹੜੀਆਂ ਨੇ ਇਹ ਮਾਨਸੂਨ ਦੇ ਨਾਲ ਹੀ ਬੀਜੀਆਂ ਜਾਂਦੀਆਂ ਨੇ। ਕੋਈ ਜੂਨ ਜੁਲਾਈ ਦੇ ਵਿੱਚ ਜਾਂ ਜੁਲਾਈ ਅਗਸਤ ਦੇ ਵਿੱਚ ਅਤੇ ਅਕਤੂਬਰ ਨਵੰਬਰ ਦੇ ਵਿੱਚ ਇਹਨਾਂ ਨੂੰ ਕੱਟ ਲਿਆ ਜਾਂਦਾ ਹੈ। ਮੇਨਲੀ ਸਾਡੇ ਦੋ ਹੀ ਸੀਜ਼ਨ ਹੁੰਦੇ ਨੇ ਜਿਨ੍ਹਾਂ ਵਿੱਚ ਆਪਾਂ ਫਸਲਾਂ ਬੀਜਦੇ ਨੇ। ਇੰਡੀਆ ਤੋਂ ਇਲਾਵਾ ਬੰਗਲਾਦੇਸ਼ ਅਤੇ ਪਾਕਿਸਤਾਨ ਵੀ ਜਿਹੜੇ ਨੇ ਉਹ ਵੀ ਰਾਬੀ ਅਤੇ ਖਰੀਫ ਜਿਹੜੀ ਟਰਮ ਹੈ ਉਹ ਯੂਜ਼ ਕਰਦੇ ਨੇ। ਇਹ ਦੋਨੋਂ ਜਿਹੜੀ ਇਹ ਵਰਡ ਨੇ ਖਰੀਫ ਐਂਡ ਰਾਬੀ, ਇਹ ਅਰੈਬਿਕ ਲੈਂਗੁਏਜ ਤੋਂ ਲਏ ਗਏ ਨੇ, ਜਿੱਥੇ ਖਰੀਫ ਦਾ ਮਤਲਬ ਹੈਗਾ ਆਟਮ ਅਤੇ ਰਾਬੀ ਦਾ ਮਤਲਬ ਹੈ ਸਪਰਿੰਗ। ਇਸ ਕਰਕੇ ਜਿਹੜੀਆਂ ਖਰੀਫ ਕ੍ਰੌਪਸ ਨੇ ਉਹ ਆਟਮ ਦੀਆਂ ਕ੍ਰੌਪਸ ਅਤੇ ਰਾਬੀ ਜਿਹੜੀਆਂ ਉਹ ਸਪਰਿੰਗ ਦੀਆਂ। ਉਹ ਅਗਲਾ ਕੁਐਸਚਨ ਦੇਖਦੇ ਹਾਂ। ਵਿਚ ਟਾਈਪ ਆਫ ਸੋਇਲ ਇਜ਼ ਆਲਸੋ ਨੋਨ ਐਜ਼ ਰੈਗੂਰ ਸੋਇਲ। ਕਿਸ ਕਿਸਮ ਦੀ ਮਿੱਟੀ ਨੂੰ ਰੈਗੂਰ ਮਿੱਟੀ ਵੀ ਕਿਹਾ ਜਾਂਦਾ ਹੈ। ਇਹਦਾ ਆਨਸਰ ਹੈ ਬਲੈਕ ਸੋਇਲ, ਕਾਲੀ ਮਿੱਟੀ। ਜਿਹੜੀ ਰੈਗੂਰ ਮਿੱਟੀ ਹੈ ਇਹਨੂੰ ਕਾਲੀ ਮਿੱਟੀ ਵੀ ਕਿਹਾ ਜਾਂਦਾ ਹੈ। ਇਹ ਮੋਸਟਲੀ ਜਿਹੜੀ ਹੈ ਲਾਵਾ ਤੋਂ ਬਣਦੀ ਹੈ ਅਤੇ ਇਹਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਕਿ ਕੈਲਸ਼ੀਅਮ, ਮੈਗਨੀਸ਼ੀਅਮ ਵਗੈਰਾ ਪਾਏ ਜਾਂਦੇ ਨੇ। ਇਹਦੇ 'ਚ ਜਿਹੜੀ ਆ ਪਾਣੀ ਨੂੰ ਰਿਟੇਨ ਕਰਨ ਦੀ ਕਪੈਸਿਟੀ ਜ਼ਿਆਦਾ ਹੈ। ਗਰਮੀਆਂ 'ਚ ਇਹਦੇ 'ਚ ਕਰੈਕਸ ਪੈ ਜਾਂਦੇ ਨੇ ਜਿਹਦੇ ਨਾਲ ਆਕਸੀਜਨ ਜਿਹੜੀ ਥੱਲੇ ਤੱਕ ਜਾ ਸਕਦੀ ਹੈ ਅਤੇ ਕੋਟਨ ਜਿਹੜਾ ਵਾ ਇਸ ਮਿੱਟੀ ਵਿੱਚ ਸਭ ਤੋਂ ਵਧੀਆ ਹੁੰਦਾ ਹੈ। ਆਓ ਮੈਪ 'ਤੇ ਵੇਖਦੇ ਹਾਂ ਵੀ ਇਹ ਮਿੱਟੀ ਕਿੱਥੇ ਕਿੱਥੇ ਪਾਈ ਜਾਂਦੀ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ 'ਤੇ, ਇਹ ਇੰਡੀਆ ਦਾ ਮੈਪ ਹੈ ਅਤੇ ਇਹਦੇ ਥੱਲੇ ਸਾਨੂੰ ਸੋਇਲ ਦੀਆਂ ਟਾਈਪਸ ਔਰ ਉਹਨਾਂ ਨੂੰ ਕਿਹੜੇ ਕਲਰ ਨਾਲ ਦਿਖਾਇਆ ਗਿਆ ਹੈ ਉਹ ਦੱਸਿਆ ਹੈ। ਬਲੈਕ ਮਿੱਟੀ ਜਿਹੜੀ ਹੈ ਉਹ ਲਾਈਟ ਗਰੀਨ ਨਾਲ ਦਿਖਾਈ ਗਈ ਹੈ। ਜਿਸ ਤਰ੍ਹਾਂ ਕਿ ਆਪਾਂ ਦੇਖ ਸਕਦੇ ਹਾਂ ਮਹਾਰਾਸ਼ਟਰ ਔਰ ਮੱਧ ਪ੍ਰਦੇਸ਼ ਇਹ ਦੋ ਇਲਾਕੇ ਨੇ। ਇਸ ਤੋਂ ਇਲਾਵਾ ਇਹ ਕਰਨਾਟਕਾ ਦੇ ਕੁਛ ਇਲਾਕੇ, ਤੇਲੰਗਾਨਾ ਔਰ ਇੱਧਰੋਂ ਗੁਜਰਾਤ ਦੇ ਕੁਛ ਹਿੱਸਿਆਂ ਵਿੱਚ ਇਹ ਵਾਲੀ ਮਿੱਟੀ ਜਿਹੜੀ ਹੈ ਕਿ ਸਭ ਤੋਂ ਵੱਧ ਪਾਈ ਜਾਂਦੀ ਹੈ। ਬਾਕੀ ਕਿਸ ਸਟੇਟ ਵਿੱਚ ਕਿਸ ਤਰ੍ਹਾਂ ਦੀ ਮਿੱਟੀ ਪਾਈ ਜਾਂਦੀ ਹੈ ਉਹ ਅਲੱਗ-ਅਲੱਗ ਕਲਰ ਨਾਲ ਇੱਥੇ ਮੈਂਸ਼ਨ ਕੀਤੀ ਹੋਈ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। ਦ ਫਸਟ ਸੀਮੈਂਟ ਪਲਾਂਟ ਆਫ ਇੰਡੀਆ ਵਾਜ਼ ਐਸਟੈਬਲਿਸ਼ਡ ਐਟ। ਭਾਰਤ ਦਾ ਪਹਿਲਾ ਸੀਮੈਂਟ ਪਲਾਂਟ ਕਿੱਥੇ ਸਥਾਪਿਤ ਕੀਤਾ ਗਿਆ ਸੀ। ਦੇਖੋ, ਜਿਹੜਾ ਭਾਰਤ ਦਾ ਪਹਿਲਾ ਸੀਮੈਂਟ ਪਲਾਂਟ ਹੈ ਸਭ ਤੋਂ ਪਹਿਲਾਂ 1904 ਵਿੱਚ ਚੇਨਈ 'ਚ ਕੀਤਾ ਗਿਆ ਸੀ ਅਤੇ 1914 ਵਿੱਚ ਜਿਹੜਾ ਕਿ ਪਹਿਲਾ ਲਾਇਸੈਂਸ ਜਿਹੜਾ ਸੀਮੈਂਟ ਪਲਾਂਟ ਸੀ, ਜਿਹੜਾ ਕਿ ਪ੍ਰੋਪਰਲੀ ਤਰੀਕੇ ਨਾਲ ਲਾਇਸੈਂਸ ਲੈ ਕੇ ਇੱਕ ਸੈਟਅਪ ਲਗਾਇਆ ਗਿਆ ਸੀ ਬਾਏ ਇੰਡੀਅਨ ਸੀਮੈਂਟ ਕੰਪਨੀ, ਉਹ 1914 ਵਿੱਚ ਪਹਿਲੀ ਵਾਰੀ ਪੋਰਟਬੰਦਰ ਗੁਜਰਾਤ ਦੇ ਵਿੱਚ ਲਗਾਇਆ ਗਿਆ ਸੀ 10,000 ਟਨ ਦੀ ਕਪੈਸਿਟੀ ਦੇ ਨਾਲ। ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। ਕਾਜ਼ੀਰੰਗਾ ਜੀਵ ਰਾਖਵਾਂ ਖੇਤਰ ਕਿਹੜੇ ਰਾਜ ਵਿੱਚ ਸਥਿਤ ਹੈ। ਇਨ ਵਿਚ ਸਟੇਟ ਦਾ ਕਾਜ਼ੀਰੰਗਾ ਸੈਂਚੁਰੀ ਇਜ਼ ਸਿਟੂਏਟਿਡ। ਜਿਹੜੀ ਹੈ ਕਿ ਕਾਜ਼ੀਰੰਗਾ ਅਸਾਮ ਦੇ ਵਿੱਚ ਹੈ।
Kaziranga National Park is a protected area in the north-east Indian state of Assam। ਇਹ ਅਸਾਮ ਦੇ ਵਿੱਚ ਪਾਈ ਜਾਂਦੀ ਹੈ। ਇਹ ਕਿਉਂ ਫੇਮਸ ਹੈ? ਕਿਉਂਕਿ ਇਸ ਸੈਂਚਰੀ ਵਿੱਚ ਜਿਹੜਾ ਹੈ ਕਿ 1 ਹੌਰਨਡ ਰਹਾਇਨੋਸ ਜਿਹੜੇ ਕਿ ਪਾਏ ਜਾਂਦੇ ਨੇ, ਜਿਸ ਦੀ ਕਿ ਫੋਟੋ ਤੁਸੀਂ ਆਪਣੇ ਦੇਖ ਸਕਦੇ ਹੋ। ਇਹ ਅਸਾਮ ਵਿੱਚ ਹੈ ਔਰ ਜਿਹੜੀ ਇਹ ਹੈ ਉਹ ਇਜ਼ ਦਾ ਲਾਰਜੈਸਟ ਵਾਈਲਡ ਲਾਈਫ ਸੈਂਚਰੀ ਆਫ ਇੰਡੀਆ। ਕਦੀ ਇਹ ਵੀ ਕੁਐਸਚਨ ਆ ਸਕਦਾ ਵਿਚ ਵਨ ਇਜ਼ ਦਾ ਲਾਰਜੈਸਟ ਵਾਈਲਡ ਲਾਈਫ ਸੈਂਚਰੀ ਇਨ ਇੰਡੀਆ, ਤਾਂ ਵੀ ਇਹਦਾ ਆਨਸਰ ਜਿਹੜਾ ਹੈ ਕਾਜ਼ੀਰੰਗਾ ਨੈਸ਼ਨਲ ਪਾਰਕ ਹੋਏਗਾ। ਔਰ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਇੰਡੀਆ ਦੇ ਵਿੱਚ ਕੁੱਲ 101 ਨੈਸ਼ਨਲ ਪਾਰਕ ਨੇ ਅਤੇ 543 ਵਾਈਲਡ ਲਾਈਫ ਸੈਂਚਰੀਜ਼ ਨੇ। ਇਸ ਤੋਂ ਇਲਾਵਾ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਵੀ ਪੰਜਾਬ ਦੇ ਵਿੱਚ ਕਿੰਨੀਆਂ ਵਾਈਲਡ ਲਾਈਫ ਸੈਂਚਰੀ ਨੇ। ਪੰਜਾਬ ਦੇ ਵਿੱਚ 12 ਵਾਈਲਡ ਲਾਈਫ ਸੈਂਚਰੀ ਨੇ, 2 ਜ਼ੂਲੋਜੀਕਲ ਪਾਰਕ, 3 ਡੀਅਰ ਪਾਰਕ ਨੇ, 2 ਕਮਿਊਨਿਟੀ ਰਿਜ਼ਰਵ ਨੇ ਅਤੇ 6 ਨੈਸ਼ਨਲ ਪਾਰਕ ਵੀ ਪੰਜਾਬ ਦੇ ਵਿੱਚ ਹਨ। ਸਭ ਤੋਂ ਵੱਧ ਨੈਸ਼ਨਲ ਪਾਰਕ ਕਿੱਥੇ ਨੇ? ਸਭ ਤੋਂ ਵੱਧ ਜਿਹੜੇ ਨੈਸ਼ਨਲ ਪਾਰਕ ਨੇ ਉਹ MP ਅਤੇ ਅੰਡੇਮਾਨ ਨਿਕੋਬਾਰ ਦੇ ਵਿੱਚ ਨੇ। ਦੋਨਾਂ ਦੇ ਵਿੱਚ ਕਿੰਨੇ ਕਿੰਨੇ ਆ? 9। ਠੀਕ ਹੈ ਜੀ। ਕਈ ਵਾਰੀ ਕੁਐਸਚਨ ਇਹ ਆ ਜਾਂਦਾ ਵੀ ਸਭ ਤੋਂ ਓਲਡੈਸਟ ਨੈਸ਼ਨਲ ਪਾਰਕ ਕਿਹੜੀ ਹੈ? ਬੜੀ ਵਾਰੀ ਵੇਖਿਆ ਗਿਆ ਇਹ ਵਾਲਾ ਕੁਐਸਚਨ, ਬੜੇ ਪੇਪਰਾਂ 'ਚ ਆਇਆ। ਸੋ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਜਿਮ ਕਾਰਬੇਟ ਨੈਸ਼ਨਲ ਪਾਰਕ ਜਿਹੜੀ ਹੈ ਉਹ ਇੰਡੀਆ ਦੀ ਸਭ ਤੋਂ ਓਲਡੈਸਟ ਨੈਸ਼ਨਲ ਪਾਰਕ ਹੈ, ਜਿਹੜੀ ਕਿ 1936 ਦੇ ਵਿੱਚ ਸਟੈਬਲਿਸ਼ ਕੀਤੀ ਗਈ ਸੀ। 1936 ਦੇ ਵਿੱਚ। ਠੀਕ ਹੈ ਜੀ। ਚਲੋ ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਹੈ ਵਾਟ ਇਜ਼ ਦਾ ਪਾਪੂਲੇਸ਼ਨ ਡੈਂਸਿਟੀ ਆਫ ਇੰਡੀਆ ਐਜ਼ ਪਰ ਦਾ ਸੈਂਸਸ 2011। ਸਾਲ 2011 ਦੀ ਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ ਦੀ ਘਣਤਾ ਕਿੰਨੀ ਹੈ? ਡੈਂਸਿਟੀ ਹੈ ਪਾਪੂਲੇਸ਼ਨ ਦੀ, ਉਹਦਾ ਮਤਲਬ ਹੈ ਵੀ 1 ਸਕੁਅਰ ਕਿਲੋਮੀਟਰ ਵਿੱਚ ਕਿੰਨੇ ਬੰਦੇ ਰਹਿ ਰਹੇ ਆ। ਔਨ ਐਨ ਐਵਰੇਜ ਆਪਾਂ ਪੂਰਾ ਇੰਡੀਆ ਦੀ ਪਾਪੂਲੇਸ਼ਨ ਨੂੰ ਉਹਦੇ ਜਿੰਨਾ ਏਰੀਆ ਉਸ ਹਿਸਾਬ ਨਾਲ ਕਰਕੇ ਡਿਵਾਈਡ ਅਤੇ ਕੈਲਕੂਲੇਟ ਕਰਦੇ ਹਾਂ, ਅਤੇ ਉਸ ਹਿਸਾਬ ਨਾਲ ਜੋ ਕਿ ਆਉਂਦਾ ਹੈ ਕਿ 2011 ਦੀ ਸੈਂਸਸ ਮੁਤਾਬਿਕ 382 ਵਿਅਕਤੀ ਜਿਹੜੇ ਸੀ ਪ੍ਰਤੀ ਵਰਗ ਕਿਲੋਮੀਟਰ ਦੇ ਵਿੱਚ ਰਹਿ ਰਹੇ ਸੀ। ਹੁਣ ਜਿਹੜੀ ਕਿ ਨੈਕਸਟ ਸੈਂਸਸ ਹੋਏਗੀ 2021 ਵਿੱਚ, ਉਹਦੇ ਵਿੱਚ ਆਏਗਾ ਨੈਕਸਟ ਵੀ ਹੁਣ ਕਿੰਨੀ ਪਾਪੂਲੇਸ਼ਨ ਵੱਧ ਗਈ ਹੈ, ਉਸ ਹਿਸਾਬ ਨਾਲ ਜ਼ਮੀਨ 'ਤੇ ਉਨੀ ਹੈ ਅਤੇ ਡੈਂਸਿਟੀ ਨੈਚੁਰਲੀ ਵੱਧ ਜਾਏਗੀ। ਹੁਣ ਦੇਖਿਆ ਜਾਏਗਾ ਵੀ ਕਿੰਨੀ ਆਏਗੀ, ਲੇਕਿਨ 2011 ਦੀ ਜਿਹੜੀ ਕਿ ਸੈਂਸਸ ਨਾਲ ਰਿਲੇਟਡ ਅਗਰ ਕੋਈ ਵੀ ਕੁਐਸਚਨ ਆ ਜਾਂਦਾ ਤਾਂ ਉਹਦੇ ਜਿਹੜੇ ਕਿ ਸਾਨੂੰ ਡਾਟਾ ਜਿਹੜਾ ਐਗਜ਼ੈਕਟਲੀ ਟਿਪਸ 'ਤੇ ਹੋਣਾ ਚਾਹੀਦਾ ਹੈ। ਲਿਟਰੇਸੀ ਰੇਟ ਕਿੰਨੀ ਹੈ, ਅਰਬਨ ਪਾਪੂਲੇਸ਼ਨ ਕਿੰਨੀ ਹੈ, ਰੂਰਲ ਪਾਪੂਲੇਸ਼ਨ ਜਿਹੜੀ ਕਿੰਨੀ ਹੈ, ਇਸ ਤਰ੍ਹਾਂ ਦੇ ਸਾਰੇ ਜਿਹੜੀਆਂ ਚੀਜ਼ਾਂ ਨੇ ਸਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ। ਮੰਨ ਲਓ ਜੇਕਰ ਪੁੱਛ ਲਿਆ ਜਾਂਦਾ ਵੀ ਪੰਜਾਬ ਦੀ ਜਿਹੜੀ ਕੀ ਹੈ ਡੈਂਸਿਟੀ ਕਿੰਨੀ ਸੀ 2011 ਦੇ ਵਿੱਚ, ਤਾਂ ਉਹਦਾ ਆਨਸਰ ਹੈ 551 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ, 551 ਪਰਸਨ ਪਰ ਸਕੁਅਰ ਕਿਲੋਮੀਟਰ। ਅਗਲਾ ਕੁਐਸਚਨ ਦੇਖਦੇ ਹਾਂ। ਅਗਲਾ ਕੁਐਸਚਨ ਹੈ ਕੋਂਕਣ ਰੇਲਵੇ ਸਟ੍ਰੈਚਿਜ਼ ਅਲੋਂਗ ਦਾ। ਕੋਂਕਣ ਰੇਲਵੇ ਜਿਹੜੀ ਹੈ ਮਤਲਬ ਕਿਸ ਦੇ ਨਾਲ ਵਿਛਾਈ ਗਈ ਹੈ? ਜਿਹੜੀ ਕੋਂਕਣ ਰੇਲਵੇ ਹੈ ਉਹ ਵੈਸਟ ਕੋਸਟ ਦੇ ਨਾਲ ਵਿਛਾਈ ਹੋਈ ਹੈ। ਕੋਂਕਣ ਰੇਲਵੇ ਇਜ਼ ਦਾ ਰੇਲਵੇ ਓਪਰੇਟਿਡ ਬਾਈ ਕੋਂਕਣ ਰੇਲਵੇ ਕਾਰਪੋਰੇਸ਼ਨ। ਇਹਦਾ ਹੈੱਡਕੁਆਟਰ ਜਿਹੜਾ ਹੈ ਨਵੀਂ ਮੁੰਬਈ ਵਿੱਚ ਹੈ। ਜਿਹੜੀ ਕਿ ਫਸਟ ਪੈਸੇਂਜਰ ਟ੍ਰੇਨ ਸੀ ਕੋਂਕਣ ਦੁਆਰਾ 1993 ਵਿੱਚ ਉਥਾਪੀ ਤੋਂ ਮੈਂਗਲੋਰ ਦੇ ਇਨ ਬਿਟਵੀਨ ਚਲਾਈ ਗਈ ਸੀ। ਕੋਂਕਣ ਰੇਲਵੇ ਕਿਉਂ ਫੇਮਸ ਹੈ ਭਲਾ? ਕਿਉਂਕਿ ਇਹਦਾ ਰੇਲਵੇ ਟਰੈਕ ਜਿਹੜਾ ਹੈ ਉਹ ਬਹੁਤ ਹੀ ਵਧੀਆ ਬ੍ਰਿਜਿਜ਼ ਔਰ ਟਨਲ ਦੇ ਵਿੱਚੋਂ ਹੋ ਕੇ ਗੁਜ਼ਰਦਾ ਹੈ। ਅਪਰੋਕਸੀਮੇਟਲੀ 91 ਟਨਲਸ ਜਿਹੜੀਆਂ ਇਹਦੇ ਇਨ ਬਿਟਵੀਨ ਆਉਂਦੀਆਂ ਨੇ। 6.5 ਕਿਲੋਮੀਟਰ ਲੰਬੀ ਇੱਕ ਟਨਲ ਵੀ ਇਸ ਟਰੈਕ ਦੇ ਦੌਰਾਨ ਆਉਂਦੀ ਹੈ। ਲਗਭਗ 738 ਕਿਲੋਮੀਟਰ ਜਿਹੜਾ ਕਿ ਇਹ ਟਰੈਕ ਲੰਬਾ ਹੈ, ਜੋ ਕਿ ਕਰਨਾਟਕਾ, ਗੋਆ, ਮਹਾਰਾਸ਼ਟਰ 3 ਸਟੇਟ ਨੂੰ ਆਪਸ ਵਿੱਚ ਜੋੜਦਾ ਹੈ। ਇਹ ਅੱਜ ਤੋਂ 22 ਸਾਲ ਪਹਿਲਾਂ 1998 ਦੇ ਵਿੱਚ ਸਟਾਰਟ ਹੋਈ ਸੀ।
ਇਹਦੀ ਇਹ ਸੈਕਿੰਡ ਲਾਰਜੈਸਟ ਟਨਲ ਹੈ, ਜੋ ਕਿ ਪਹਿਲਾਂ ਲਾਰਜੈਸਟ ਹੁੰਦੀ ਸੀ। ਉਸ ਤੋਂ ਬਾਅਦ ਹੁਣ ਅੱਜ ਦੀ ਡੇਟ ਵਿੱਚ ਜਿਹੜੀ ਹੈ ਪੀਰ ਪੰਜਲ ਮਾਊਂਟੇਨ ਰੇਂਜ ਜਿਹੜੀ ਹੈ ਇਹ ਜਿਹੜੀ ਹੈ ਲੌਂਗੈਸਟ ਰੇਲਵੇ ਟਨਲ ਬਣ ਚੁੱਕੀ ਹੈ। ਇਹਦੀ ਲੰਬਾਈ ਜਿਹੜੀ ਹੈ ਉਹ 11 ਕਿਲੋਮੀਟਰ ਹੈ, ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਹੈ। ਨੈਕਸਟ ਕੁਐਸਚਨ ਦੇਖਦੇ ਹਾਂ। ਵਿਚ ਸੀ ਐਗਜ਼ਿਸਟ ਐਟ ਦਾ ਪਲੇਸ ਆਫ ਪ੍ਰੈਜ਼ੈਂਟ ਹਿਮਾਲਿਆ। ਹਿਮਾਲਿਆ ਪਰਬਤਾਂ ਦੇ ਜਨਮ ਤੋਂ ਪਹਿਲਾਂ ਉਸ ਜਗ੍ਹਾ 'ਤੇ ਕਿਹੜਾ ਸਾਗਰ ਸੀ? ਹਿਮਾਲਿਆ ਤੋਂ ਪਹਿਲਾਂ ਜਿਹੜੇ ਹਿਮਾਲਿਆ ਪਰਬਤ ਨੇ ਸਾਡੇ ਇੱਥੇ, ਉਹਨਾਂ ਦੇ ਜਨਮ ਤੋਂ ਵੀ ਪਹਿਲਾਂ ਇੱਥੇ ਇੱਕ ਸਾਗਰ ਹੁੰਦਾ ਸੀ, ਉਹਦਾ ਨਾਮ ਪੁੱਛਿਆ ਗਿਆ। ਉਹਦਾ ਨਾਮ ਟੈਥਿਸ। ਉਹ ਦੇਖਦੇ ਹਾਂ। ਟੈਥਿਸ ਓਸ਼ਨ ਨੂੰ ਟੈਥਿਸ ਸੀ ਵੀ ਕਿਹਾ ਜਾਂਦਾ ਜੀ। ਇਹ ਜਿਹੜੇ ਆ ਗੋਂਡਵਾਨਾ ਤੇ ਲੋਅਰ ਏਸ਼ੀਆ, ਇਹਦੇ ਇਨ ਬਿਟਵੀਨ ਹੁੰਦਾ ਸੀ। ਇਹ ਜਿਹੜੀ ਇਹ ਵਾਲੀ ਫੋਟੋ ਦੇਖ ਰਹੇ ਹੋ ਤੁਸੀਂ, ਇਹ ਜਿਹੜੀ ਹੈ ਲਿਖਿਆ 200 MYR, ਇਹਦਾ ਮਤਲਬ ਹੈ 200 ਮਿਲੀਅਨ ਈਅਰ। 1 ਮਿਲੀਅਨ ਦੇ ਵਿੱਚ ਕਿੰਨੇ ਹੁੰਦੇ ਨੇ? 10 ਲੱਖ, ਯਾਨੀ ਕਿ 10 ਲੱਖ ਮਲਟੀਪਲਾਈ ਬਾਈ 200, ਇੰਨੇ ਸਾਲ ਪਹਿਲਾਂ ਆਹ ਚੀਜ਼ ਹੁੰਦੀ ਸੀ। ਔਰ ਇਹ ਜਿਹੜੀ ਹੈ 19 ਮਿਲੀਅਨ ਈਅਰ ਉਸ ਤੋਂ ਵਾਲੀ ਹੈਗੀ ਹੈ। ਉਸ ਤੋਂ ਬਾਅਦ ਦੇਖੋ ਇਹ ਚੇਂਜਿਸ, ਔਰ ਇੱਥੇ ਇਹ ਹੈ ਟੈਥੀਅਸ ਓਸ਼ਨ। ਇਹ ਟੈਥੀਅਸ ਓਸ਼ਨ ਇੱਥੇ ਹੈ। ਇੱਧਰ ਹੈ ਸਾਊਥ ਅਟਲਾਂਟਿਕ, ਪੈਸੀਫਿਕ ਓਸ਼ਨ, ਨਾਰਥ ਅਟਲਾਂਟਿਕ। ਨੈਕਸਟ ਦੇਖਦੇ ਹਾਂ। ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੇਨ ਟਰੀ ਆਫ ਟ੍ਰੋਪੀਕਲ ਐਵਰਗ੍ਰੀਨ ਵੈਜੀਏਸ਼ਨ। ਊਸ਼ਣ ਸਦਾ ਬਹਾਰ ਬਨਸਪਤੀ ਦਾ ਮੁੱਖ ਦਰਖਤ ਹੈ ਮੋਹਗਨੀ। ਆਨਸਰ ਹੈ ਡੀ। ਇਹ ਹੈ ਮੋਹਗਨੀ ਦਾ ਦਰਖਤ। ਮੋਹਗਨੀ ਦਾ ਜਿਹੜਾ ਦਰਖਤ ਹੈ ਇਹ ਕਾਫੀ, ਇਸਦੀ ਜਿਹੜੀ ਕਿ ਲੱਕੜ ਮਹਿੰਗੀ ਹੁੰਦੀ ਹੈ, ਔਰ ਇਸਦੇ ਇੱਕ ਫਰੂਟ ਲੱਗਦਾ ਜਿਹਦੇ 'ਚੋਂ ਸੀਡਸ ਨਿਕਲਦੇ ਨੇ। ਹਰ 5 ਸਾਲ ਬਾਅਦ ਸੀਡ ਨਿਕਲਦੇ ਨੇ, ਔਰ ਇਹ ਸੀਡਸ ਵੀ ਕਾਫੀ ਮਹਿੰਗੇ ਵਿਕਦੇ ਨੇ। ਨੈਕਸਟ ਕੁਐਸਚਨ ਹੈ। ਵਿਚ ਰਿਵਰ ਇਜ਼ ਕਾਲਡ ਸੋਰੋ ਆਫ ਵੈਸਟ ਬੰਗਾਲ। ਕਿਹੜੀ ਨਦੀ ਨੂੰ ਪੱਛਮੀ ਬੰਗਾਲ ਦਾ ਸ਼ਰਾਪ ਵੀ ਕਿਹਾ ਜਾਂਦਾ ਹੈ? ਕਿਹੜੀ ਨਦੀ ਨੂੰ ਪੱਛਮੀ ਬੰਗਾਲ ਦਾ ਸ਼ਰਾਪ ਵੀ ਕਿਹਾ ਜਾਂਦਾ ਹੈ? ਇਹਦਾ ਆਨਸਰ ਹੈ ਦਮੋਦਰ ਰਿਵਰ। ਦਮੋਦਰ ਰਿਵਰ ਨੂੰ ਜਿਹੜਾ ਕਿ ਸ਼ਰਾਪ ਕਿਹਾ ਜਾਂਦਾ। ਕਿਉਂ ਕਿਹਾ ਜਾਂਦਾ ਇਹਨੂੰ ਸ਼ਰਾਪ? ਕਿਉਂਕਿ ਜਿਹੜੀ ਕਿ ਦਮੋਦਰ ਨਦੀ ਸੀ, ਇਹ ਬਹੁਤ ਜ਼ਿਆਦਾ ਇਹਦੇ 'ਚ ਪਾਣੀ ਆਉਂਦਾ ਸੀ। ਇਹਦੇ ਕਰਕੇ ਬੜੇ ਜ਼ਿਆਦਾ ਫਲੱਡ ਆਉਂਦੇ ਸੀ ਕਿ ਨਾਲ ਦੇ ਜਿਹੜੇ ਇਹਦੇ ਆਸ-ਪਾਸ ਦੇ ਜਿੰਨੇ ਵੀ ਕਸਬੇ, ਸ਼ਹਿਰ, ਪਿੰਡ ਸੀ, ਉਹ ਤਬਾਹ ਕਰ ਜਾਂਦੀ ਸੀ। ਇਸ ਕਰਕੇ ਇਹਨੂੰ ਸੋਰੋ ਆਫ ਬੰਗਾਲ ਕਿਹਾ ਜਾਂਦਾ ਹੈ। ਆਹ ਤੁਸੀਂ ਇੱਕ ਮੈਪ 'ਤੇ ਦੇਖ ਰਹੇ ਹੋ ਵੀ ਕਿਸ ਤਰ੍ਹਾਂ ਕਿਹੜੀਆਂ ਜਿਹੜੀਆਂ ਸਾਡੀਆਂ ਮੇਨ ਜਿਹੜੀਆਂ ਸਾਨੂੰ ਥੋੜ੍ਹਾ ਆਈਡੀਆ ਹੋਣਾ ਚਾਹੀਦਾ ਵੀ ਕਿਹੜੀ ਜਿਹੜੀ ਨਦੀ ਹੈ ਕਿੱਥੇ ਹੈਗੀ ਹੈ। ਦਮੋਦਰ ਨਦੀ ਹੈ, ਇੱਥੋਂ ਨਿਕਲ ਕੇ ਇਹ ਦਮੋਦਰ ਨਦੀ ਹੈ। ਮਹਾਨਦੀ, ਇਹਦੇ 'ਤੇ ਵੀ ਬੜੇ ਕੁਐਸਚਨ ਆਉਂਦਾ ਹੈ। ਮਹਾਨਦੀ ਕਿਹੜੀ ਜਗ੍ਹਾ 'ਤੇ ਹੈ? ਇਹ ਦੇਖੋ ਇੱਥੇ ਹੈ। ਆਹ ਕ੍ਰਿਸ਼ਨਾ, ਆਹ ਤਾਪੀ, ਨਰਮਦਾ ਔਰ ਗੰਗਾ, ਇਹ ਗੰਗਾ ਹੈ, ਔਰ ਆਪਣੇ ਇੱਧਰ ਹੈ ਸਤਲੁਜ। ਮੈਪ 'ਤੇ ਸਾਨੂੰ ਕੁਛ ਆਈਡੀਆ ਹੋਣਾ ਚਾਹੀਦਾ ਵੀ ਕਿਹੜੀ ਨਦੀ ਜਿਹੜੀ ਹੈ ਕਿੱਥੇ ਹੈ। ਲੈਂਥ ਦੀ ਗੱਲ ਕਰੀਏ ਦਮੋਦਰ ਨਦੀ ਦੀ, ਤੇ ਲਗਭਗ ਜਿਹੜੀ ਕੀ ਹੈ 592 ਕਿਲੋਮੀਟਰ ਲੰਬੀ ਹੈ। ਆਓ ਅਗਲਾ ਕੁਐਸਚਨ ਦੇਖਦੇ ਹਾਂ। ਔਨ ਵਿਚ ਟਰੀ ਦਾ ਸਿਲਕ ਵੋਮ ਆਰ ਰੇਅਰਡ। ਰੇਸ਼ਮ ਦੇ ਕੀੜੇ ਨੂੰ ਕਿਹੜੇ ਦਰਖਤ 'ਤੇ ਪਾਲਿਆ ਜਾਂਦਾ ਹੈ? ਇਹ ਤੇ ਆਪਾਂ ਬਹੁਤ ਹੀ ਛੋਟੀਆਂ ਜਮਾਤਾਂ ਤੋਂ ਵੀ ਪੜ੍ਹਦੇ ਆ ਰਹੇ ਹਾਂ ਵੀ ਸ਼ਹਿਤੂਤ ਦੇ ਜਿਹੜੇ ਦਰਖਤ ਹੈ ਉਹਦੇ 'ਤੇ ਹੀ ਸਿਲਕ ਵੋਮ, ਰੇਸ਼ਮ ਦਾ ਕੀੜਾ ਹੁੰਦਾ ਹੈ। ਮੂਲਬੇਰੀ ਨੂੰ ਇੰਗਲਿਸ਼ ਵਿੱਚ ਬੋਲਦੇ ਹਾਂ। ਇਹਦਾ ਸਾਇੰਟੀਫਿਕ ਨੇਮ ਬੋਮਬੈਕਸ ਮੋਰੀ ਹੈ। ਇਹ ਸ਼ਹਿਤੂਤ ਦਾ ਦਰਖਤ ਹੈ। ਆਪਾਂ ਨੋਰਮਲੀ ਸਾਰਿਆਂ ਨੇ ਦੇਖਿਆ ਹੀ ਹੋਣਾ, ਪੰਜਾਬੀ 'ਚ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਗੋਲਾਂ ਦਾ ਦਰਖਤ, ਗੋਲਾਂ ਵੀ ਬੋਲਦੇ ਇਹਨੂੰ, ਔਰ ਇਹ ਕੁਛ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ। ਆਓ ਨੈਕਸਟ ਕੁਐਸਚਨ ਦੇਖਦੇ ਹਾਂ। ਵਿਚ ਪਲੇਸ ਇਜ਼ ਨੋਨ ਐਜ਼ ਸਿਲੀਕਨ ਵੈਲੀ ਆਫ ਇੰਡੀਆ। ਭਾਰਤ ਦੀ ਸਿਲੀਕਨ ਘਾਟੀ ਕਿਸ ਨੂੰ ਕਿਹਾ ਜਾਂਦਾ ਹੈ?
ਸਭ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਿਲੀਕਨ ਵੈਲੀ ਹੈ ਕੀ। ਸਿਲੀਕਨ ਵੈਲੀ ਜਿਹੜੀ ਆ ਉਹ ਸੈਨ ਫਰਾਂਸਿਸਕੋ ਬੇ ਏਰੀਆ ਨਾਰਥ ਕੈਲੀਫੋਰਨੀਆ ਹੈ, ਉਸ ਨੂੰ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਹਾਈ ਟੈਕਨੋਲੋਜੀ ਐਂਡ ਇਨੋਵੇਸ਼ਨ। ਹੁਣ ਇਸ ਤੋਂ ਤੁਹਾਨੂੰ ਪਤਾ ਲੱਗੇਗਾ ਵੀ ਹਾਈ ਟੈਕਨੋਲੋਜੀ ਔਰ ਇਨੋਵੇਸ਼ਨ ਦੇ ਨਾਲ ਰਿਲੇਟਡ ਜਿਹੜਾ ਇੰਡੀਆ ਦੀ ਕਿਹੜੀ ਸਿਟੀ ਹੈ, ਉਹ ਹੈ ਬੈਂਗਲੌਰ, ਜਿਹੜੀ ਕਿ ਕਰਨਾਟਕਾ ਦੇ ਵਿੱਚ ਔਰ ਉਹਦੀ ਕੈਪੀਟਲ ਵੀ ਹੈ। ਦ ਸਿਟੀ ਇਜ਼ ਆਲਸੋ ਨੋਨ ਫॉर ਇਟਸ ਪਾਰਕਸ ਐਂਡ ਨਾਈਟ ਲਾਈਫ। ਜਿਹੜਾ ਕਿ ਬੈਂਗਲੌਰ ਹੈ ਜਿਹਨੂੰ ਹੁਣ ਬੈਂਗਲੌਰ ਵੀ ਕਿਹਾ ਜਾਂਦਾ, ਉਹ ਆਪਣੀ IT ਦੀ ਹੱਬ ਹੈ ਔਰ ਇੱਥੇ ਬਹੁਤ ਜ਼ਿਆਦਾ IT ਇੰਡਸਟਰੀਅਲ ਪਾਰਕ ਨੇ। ਸੋ ਇਸ ਕਰਕੇ ਜਿਹੜਾ ਕਿ ਇੰਡੀਆ ਦੀ ਸਿਲੀਕਨ ਵੈਲੀ ਆ ਉਹ ਬੈਂਗਲੌਰ ਨੂੰ ਕਿਹਾ ਜਾਂਦਾ ਹੈ। ਉੱਦਾਂ ਜਿਹੜੀ ਸਿਲੀਕਨ ਵੈਲੀ ਆ ਉਹ ਸੈਨ ਫਰਾਂਸਿਸਕੋ ਬੇ ਏਰੀਆ ਇਨ ਨਾਰਦਰਨ ਕੈਲੀਫੋਰਨੀਆ। ਨੈਕਸਟ ਕੁਐਸਚਨ ਦੇਖਦੇ ਹਾਂ। ਹੂ ਮੇਡ ਦ ਲਾਅ ਆਫ ਸਿਕਿਉਰਿਟੀ ਆਫ ਫੋਰੈਸਟ ਇਨ 1855 AD। 1855 ਈਸਵੀ ਵਿੱਚ ਵਣਾਂ ਦੀ ਰੱਖਿਆ ਲਈ ਕਿਸ ਨੇ ਕਾਨੂੰਨ ਬਣਾਏ ਸਨ? ਇਹਦਾ ਆਨਸਰ ਹੈ ਲਾਰਡ ਡਲਹੌਜ਼ੀ। ਦੇਖੋ ਜਿਹੜਾ ਕਿ ਲਾਰਡ ਡਲਹੌਜ਼ੀ ਹੈ ਉਸਨੇ ਵਣਾਂ ਦੀ ਰੱਖਿਆ ਲਈ ਕਾਨੂੰਨ ਬਣਾਏ। ਉਹਦੀ ਕਿਉਂ ਬਣਾਏ? ਕਿਉਂਕਿ 1853 ਦੇ ਵਿੱਚ ਜਿਹੜੀ ਕਿ ਫਸਟ ਇੰਡੀਅਨ ਰੇਲ ਹੀ ਉਹ ਸਟਾਰਟ ਕੀਤੀ ਗਈ ਸੀ ਮੁੰਬਈ ਤੋਂ ਥਾਣੇ। ਕਿਉਂਕਿ ਜਿਹੜੀ ਟਿੰਬਰ ਦੀ ਸਪਲਾਈ ਸੀ ਉਹ ਉਸ ਨੂੰ ਪ੍ਰਿਆਪਤ ਮਾਤਰਾ ਵਿੱਚ ਨਹੀਂ ਪੂਰੀ ਹੋ ਰਹੀ ਸੀ। ਇਸ ਕਰਕੇ ਇੱਕ ਜਿਹੜਾ ਵਨ ਸੰਘਰਸ਼ਨ ਮਤਲਬ ਕਿ ਵਨ ਨੂੰ ਬਚਾਉਣ ਦੇ ਲਈ ਇੱਕ ਫੋਰੈਸਟ ਪੋਲਿਸੀ ਜਿਹੜੀ ਕਿ ਇੰਟਰੋਡਿਊਸ ਕੀਤੀ ਗਈ ਸੀ। ਸੋ ਇਹਦਾ ਆਨਸਰ ਹੈ ਲਾਰਡ ਡਲਹੌਜ਼ੀ। ਨੈਕਸਟ ਕੁਐਸਚਨ ਦੇਖਦੇ ਹਾਂ। ਸਫਰੇਜ ਮੂਵਮੈਂਟ ਵਾਜ਼ ਰਿਲੇਟਡ ਵਿਚ ਕੈਟਾਗਰੀ ਆਫ ਦ ਸੋਸਾਇਟੀ। ਸਫਰੇਜ ਅੰਦੋਲਨ ਸਮਾਜ ਦੇ ਕਿਸ ਵਰਗ ਨਾਲ ਸੰਬੰਧਿਤ ਸੀ? ਜਿਹੜਾ ਸਫਰੇਜ ਅੰਦੋਲਨ ਹੈ ਉਹ ਔਰਤਾਂ ਦੇ ਨਾਲ, ਜਿਹੜਾ ਕਿ ਸਫਰੇਜ ਅੰਦੋਲਨ ਹੈ ਉਹ ਔਰਤਾਂ ਦੇ ਨਾਲ ਰਿਲੇਟਡ ਸੀ। ਵਿਚ ਸਿੱਖ ਗੁਰੂ ਸਾਹਿਬ ਕੰਪਲੀਟਡ ਜਾਪ ਸਾਹਿਬ। ਜਾਪ ਸਾਹਿਬ ਦੀ ਰਚਨਾ ਕਿਸ ਗੁਰੂ ਨੇ ਕੀਤੀ? ਇਹ ਤੇ ਸਭ ਨੂੰ ਪਤਾ ਹੀ ਹੋਣਾ ਚਾਹੀਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਕਿ ਜਾਪ ਸਾਹਿਬ ਜੀ ਦੀ ਰਚਨਾ ਕੀਤੀ ਸੀ। ਅਗਰ ਪੁੱਛਿਆ ਜਾਂਦਾ ਜਪਜੀ ਸਾਹਿਬ ਦੀ ਰਚਨਾ ਕਿਸਨੇ ਕੀਤੀ ਸੀ, ਫਿਰ ਆਨਸਰ ਆਉਣਾ ਸੀ ਗੁਰੂ ਨਾਨਕ ਦੇਵ ਜੀ, ਪਰ ਇੱਥੇ ਪੁੱਛਿਆ ਗਿਆ ਜਾਪ ਸਾਹਿਬ। ਸੋ ਇਹਦਾ ਆਨਸਰ ਹੈ ਥਰਡ ਆਪਸ਼ਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਨੈਕਸਟ ਚੱਲਦੇ ਹਾਂ। ਵੈਨ ਡਿਡ ਦ ਟ੍ਰੀਟੀ ਆਫ ਭੈਰੋਵਾਲ ਟੇਕ ਪਲੇਸ। ਭੈਰੋਵਾਲ ਦੀ ਸੰਧੀ ਕਦੋਂ ਹੋਈ? ਦਸੰਬਰ 16, 1846। Treaty of Barrowal was signed after the Treaty of Lahore। ਲਾਹੌਰ ਦੀ ਟ੍ਰੀਟੀ ਤੋਂ ਬਾਅਦ ਜਿਹੜੀ ਕੀ ਹੈ Treaty of Barrowal ਸਾਈਨ ਕੀਤੀ ਗਈ ਸੀ। ਨੈਕਸਟ ਕੁਐਸਚਨ ਹੈ when did Vietnam become united country। ਵੀਅਤਨਾਮ ਕਦੋਂ ਸੰਯੁਕਤ ਦੇਸ਼ ਬਣਿਆ? ਵੀਅਤਨਾਮ ਜਿਹੜਾ ਹੈ 30 ਅਪ੍ਰੈਲ 1975 ਨੂੰ ਸੰਯੁਕਤ ਦੇਸ਼ ਬਣਿਆ ਔਰ ਇਹ 1945 ਦੇ ਵਿੱਚ ਫਰਾਂਸ ਤੋਂ ਅਲੱਗ ਹੋਇਆ ਸੀ। ਇਸ ਦਾ ਆਨਸਰ ਹੈ 30 ਅਪ੍ਰੈਲ 1975। ਕਾਰਲ ਮਾਰਕਸ ਕਿਸ ਦੇ ਖਿਲਾਫ ਸੀ? ਕਾਰਲ ਮਾਰਕਸ ਵਾਜ਼ ਅਗੇਂਸਟ। ਕਾਰਲ ਮਾਰਕਸ ਜਿਹੜਾ ਉਹ ਕੈਪੀਟਲਿਜ਼ਮ ਪੂੰਜੀਵਾਦ ਦੇ ਖਿਲਾਫ ਸੀ। ਕਾਰਲ ਮਾਰਕਸ ਬਾਰੇ ਥੋੜ੍ਹਾ ਜਾਣ ਲੈਂਦੇ ਹਾਂ। ਕਾਰਲ ਮਾਰਕਸ ਜਿਹੜਾ ਹੈ ਬਹੁਤ ਵੱਡਾ ਫਿਲੋਸਫਰ, ਇਕਨੋਮਿਕਸ, ਹਿਸਟੋਰੀਅਨ, ਜਰਨਲਿਸਟ ਸੀ, ਜਿਸ ਦਾ ਕਿ ਜਨਮ 1818 ਵਿੱਚ ਹੋਇਆ ਸੀ ਅਤੇ 1883 ਵਿੱਚ ਇਸ ਦੀ ਡੈਥ ਹੋਈ ਸੀ। ਕਾਰਲ ਮਾਰਕਸ ਨੇ ਜਿਹੜੀ ਕੀ ਹੈ ਕੈਪੀਟਲਿਜ਼ਮ 'ਤੇ ਜਿਹੜੀ ਕਿ ਆਪਣੀ ਥਿਊਰੀ ਦਿੱਤੀ ਸੀ, ਉਸ ਲਈ ਇਹ ਫੇਮਸ ਹੈ। ਦੇਖੋ ਕੈਪੀਟਲਿਜ਼ਮ ਕੀ ਹੁੰਦਾ? ਕੈਪੀਟਲਿਜ਼ਮ ਰੈਫਰ ਟੂ ਐਨ ਇਕਨੋਮਿਕ ਸਿਸਟਮ ਇਨ ਵਿਚ ਸੋਸਾਇਟੀ ਮੀਨਸ ਆਫ ਪ੍ਰੋਡਕਸ਼ਨਸ ਆਰ ਹੈਲਡ ਬਾਈ ਪ੍ਰਾਈਵੇਟ ਇੰਡੀਵਿਜੂਅਲਸ ਔਰ ਆਰਗੇਨਾਈਜੇਸ਼ਨ, not the government, and where production, price and the distribution of goods are determined mainly by the competition in a free market। ਇਸ ਵਿੱਚ ਮੇਨ ਕਮਾਂਡ ਜਿਹੜੀ ਹੈ ਉਹ ਇੱਕ ਇੰਡੀਵਿਜੂਅਲ ਜਾਂ ਆਰਗੇਨਾਈਜੇਸ਼ਨ ਨੂੰ ਆ ਜਾਂਦੀ ਹੈ, ਜਿਸ ਵਿੱਚ ਗੌਰਮੈਂਟ ਦਾ ਕੋਈ ਵੀ ਰੋਲ ਨਹੀਂ ਹੁੰਦਾ। ਨੈਕਸਟ ਕੁਐਸਚਨ ਦੇਖਦੇ ਹਾਂ। ਹੂ ਵਾਜ਼ ਗਿਉਸੇਪੀ ਮਜ਼ੀਨੀ। ਗਿਉਸੇਪੀ ਮਜ਼ੀਨੀ ਕੌਣ ਸੀ? ਇਹਦਾ ਆਨਸਰ ਹੈ ਐਨ ਇਟਾਲੀਅਨ ਨੈਸ਼ਨਲਿਸਟ, ਇਟਲੀ ਦਾ ਰਾਸ਼ਟਰਵਾਦੀ।
ਗਿਉਸੇਪੀ ਮਜ਼ੀਨੀ ਜਿਹੜਾ ਹੈ ਉਹ 1805 ਵਿੱਚ ਇਟਲੀ 'ਚ ਪੈਦਾ ਹੋਇਆ ਸੀ ਤੇ 1872 ਵਿੱਚ ਇਹਦੀ ਮੌਤ ਹੋ ਗਈ ਸੀ। ਇਹ ਇਟਲੀ ਦਾ ਇੱਕ ਬਹੁਤ ਵੱਡਾ ਰਾਸ਼ਟਰਵਾਦੀ ਸੀ। ਇਹ ਉਹਦੀ ਤਸਵੀਰ ਹੈ। Which among the following cities is a hub of new print culture? ਹੇਠਾਂ ਲਿਖਿਆ ਛਾਪੇਖਾਨਿਆਂ ਦਾ ਗੜ੍ਹ ਕਿਹੜਾ ਸ਼ਹਿਰ ਹੈ? ਇਹਦਾ ਆਨਸਰ ਹੈ ਸ਼ੰਘਾਈ। ਸ਼ੰਘਾਈ ਜਿਹੜਾ ਉਹ ਛਾਪੇਖਾਨੇ ਦਾ ਸਭ ਤੋਂ ਵੱਡਾ ਗੜ੍ਹ ਹੈ ਤੇ ਚਾਈਨਾ ਦੀ ਸਭ ਤੋਂ ਵੱਡੀ ਸਿਟੀ ਵੀ ਹੈ ਤੇ ਉਹਦੀ ਫਾਈਨੈਂਸ਼ੀਅਲ ਹੱਬ ਵੀ ਹੈ। ਵਿਚ ਆਫ ਦਾ ਬੈਸਟ ਲਿਟਰੇਸੀ ਵਰਕ ਆਫ ਪ੍ਰੇਮਚੰਦ ਦੀ ਸਭ ਤੋਂ ਵਧੀਆ ਸਾਹਿਤਕ ਰਚਨਾ ਕਿਹੜੀ ਹੈ? ਇਹਦਾ ਆਨਸਰ ਹੈ ਗੋਦਾਨ। ਇਹ ਹੈ ਜੀ ਮੁਨਸ਼ੀ ਪ੍ਰੇਮਚੰਦ ਦੀ ਤਸਵੀਰ ਇੱਕ ਟਿਕਟ ਦੇ ਰੂਪ 'ਚ ਜਾਰੀ ਕੀਤੀ ਗਈ ਹੈ। ਇਹਦੀ ਆਪਾਂ 9th 10th ਦੇ ਵਿੱਚ 8th ਦੇ ਵਿੱਚ ਮੁਨਸ਼ੀ ਪ੍ਰੇਮਚੰਦ ਦੀ ਹਿੰਦੀ ਦੇ ਵਿੱਚ ਇਹਨਾਂ ਦੇ ਕਾਫੀ ਸਾਹਿਤ ਨੂੰ ਪੜ੍ਹਦੇ ਹਾਂ। ਗੋਦਾਨ ਜਿਹੜੀ ਹੈ ਉਹ ਬ੍ਰਿਟਿਸ਼ ਹਕੂਮਤ ਦੇ ਦੌਰਾਨ ਜਿਹੜੀ ਗਰੀਬ ਪਿੰਡਾਂ ਦੀ ਕੰਡੀਸ਼ਨ ਨੂੰ ਦਿਖਾਉਂਦੀ ਹੈ। ਮੁਨਸ਼ੀ ਪ੍ਰੇਮਚੰਦ ਦਾ ਜਨਮ 1880 ਵਿੱਚ ਹੋਇਆ ਸੀ ਤੇ 1936 ਵਿੱਚ ਇਹਨਾਂ ਦੀ ਡੈਥ ਹੋ ਗਈ। ਸੋ ਇਸ ਦੇ ਨਾਲ ਹੀ ਇਹ ਲੈਕਚਰ ਖਤਮ ਹੁੰਦਾ ਹੈ। ਮੈਨੂੰ ਉਮੀਦ ਹੈ ਕਿ ਮੇਰਾ ਇਹ ਲੈਕਚਰ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ। ਧੰਨਵਾਦ।